Now I can say I know a lot about tenses. I know about active passive voice. I know how to convert active sentences into passive. But I'm little confused about forms of verb. Hello everyone, this is Parneet. I hope you all are doing good. As you all know, ਮੈਨੂੰ daily basis ਤੇ ਬਹੁਤ ਜ਼ਿਆਦਾ comments ਆਉਂਦੇ ਨੇ ਕਿ ਮੈਮ forms of verb ਦੀ list provide ਕਰੋ. So don't worry guys, in this video we are going to discuss all those things. ਤੁਹਾਡੀਆਂ ਸਾਰੀਆਂ queries ਦੂਰ ਹੋ ਜਾਣਗੀਆਂ. But let me tell you one thing, forms of verb ਦੀ ਇੱਕ proper list ਦੇਖਣ ਤੋਂ ਪਹਿਲਾਂ there are certain things, there is a one concept which you need to understand ਹੈ ਨਾ. ਇੱਕ concept ਹੁੰਦਾ forms of verb ਦਾ. forms of verb ਦੀਆਂ types ਕਿਹੜੀਆਂ ਹੁੰਦੀਆਂ ਨੇ, ਕਿਸ ਤਰ੍ਹਾਂ forms of verb ਬਣਦੀਆਂ ਨੇ, V1 V2 V3 ਕਿਸ ਤਰ੍ਹਾਂ ਬਣਦੀਆਂ ਨੇ, ਉਹ ਸਾਰੀਆਂ ਚੀਜ਼ਾਂ clarify ਕਰਨੀਆਂ ਬਹੁਤ ਜ਼ਿਆਦਾ important because it plays a crucial role in spoken English. ਦੇਖੋ spoken English ਦੇ ਵਿੱਚ ਚਾਹੇ ਆਪਾਂ tenses ਦੀ ਗੱਲ ਕਰੀਏ, ਚਾਹੇ active passive ਦੀ ਗੱਲ ਕਰੀਏ ਜਾਂ ਫਿਰ models ਦੀ ਗੱਲ ਕਿਉਂ ਨਾ ਕਰੀਏ, ਸਾਰਿਆਂ ਦੇ ਵਿੱਚ ਕੀ ਚੀਜ਼ ਇਨਵੋਲਵ ਹੁੰਦੀ ਆ, ਇੱਕੋ ਚੀਜ਼ ਹੈ ਜਿਹੜੀ ਇਨਵੋਲਵ ਹੁੰਦੀ ਆ, that is forms of verb. So forms of verb ਦੇ ਉੱਪਰ ਥੋੜਾ ਜਿਹਾ ਟਾਈਮ ਸਪੈਂਡ ਕਰਨਾ ਬਹੁਤ ਕ੍ਰੂਸ਼ੀਅਲ ਹੈ. ਇਸ ਦੀ ਨੌਲੇਜ ਹੋਣਾ, ਪ੍ਰੋਪਰ ਅੰਡਰਸਟੈਂਡਿੰਗ ਹੋਣਾ ਵਿਦਆਊਟ ਕ੍ਰੈਮਿੰਗ ਇਜ਼ ਵੈਰੀ ਇੰਪੋਰਟੈਂਟ. ਸੋ ਅੱਜ ਆਪਾਂ ਉਹੀ ਚੀਜ਼ ਕਲੀਅਰ ਕਰਾਂਗੇ. ਫਾਈਨ, ਓਕੇ. ਨਾਓ ਸਭ ਤੋਂ ਪਹਿਲਾਂ ਦੇਖੋ ਵਰਬ ਕੀ ਹੁੰਦੀ ਹੈ. ਵਰਬ ਹੁੰਦੀ ਹੈ ਕਿਰਿਆ, ਹੈ ਨਾ. ਕਿਰਿਆ ਮਤਲਬ ਜੋ ਕੰਮ ਕਰਨਾ, ਉਹਨੂੰ ਕਹਿ ਦਿੰਦੇ ਨੇ verb, that is ਕਿਰਿਆ. like describes an action, ਹੈ ਨਾ. ਇਹ ਡਿਸਕ੍ਰਾਈਬ ਕਰਦਾ ਇੱਕ ਐਕਸ਼ਨ ਨੂੰ, ਮਤਲਬ ਕੋਈ ਕੰਮ ਹੋ ਰਿਹਾ, ਕਿਸੇ ਇਵੈਂਟ ਨੂੰ, ਕੋਈ ਚੀਜ਼ ਐਗਜ਼ਿਸਟ ਕਰ ਰਹੀ ਆ, ਉਹ ਸਾਰਿਆਂ ਨੂੰ ਮਿਲਾ ਕੇ ਕੀ ਕਹਿ ਦਿੰਦੇ ਨੇ, ਕਿਰਿਆ. ਫॉर ਇੰਸਟੈਂਸ ਸੌਣਾ, ਜਾਗਣਾ, ਖੇਲਣਾ, ਤੁਰਨਾ, ਹੈ ਨਾ. ਇਹ ਸਾਰੀਆਂ ਚੀਜ਼ਾਂ ਕੀ ਨੇ, that are forms of verb. ਠੀਕ ਹੈ, ਇਹ ਇਹਦੇ ਵਿੱਚ ਇਨਕਲੂਡ ਹੁੰਦੀਆਂ ਨੇ. ਨਾਓ what are the types of forms of verb? ਹੁਣ ਇਹ ਨਹੀਂ ਹੁੰਦਾ ਕਿ verb ਦੀਆਂ ਸਾਰੀਆਂ ਇੱਕੋ ਹੀ ਟਾਈਪਸ ਦੀਆਂ verbs ਹੁੰਦੀਆਂ ਨੇ. ਠੀਕ ਹੈ, ਤੁਸੀਂ ਹੁਣ ਦੇਖਿਆ ਹੋਣਾ ਕੋਈ ਤਾਂ forms of verb ਬਿਲਕੁਲ ਸਿੰਪਲ ਹੁੰਦੀਆਂ ਨੇ. let's say play, played played, talk, talked talked, studied studied studied. ਜਾਂ ਫਿਰ ਮੈਂ ਕਹਾਂ ਇੱਕ ਦੂਸਰੀ ਸਾਈਡ ਤੇ ਵੀ forms of verb ਹੁੰਦੀਆਂ ਨੇ like hit hit hit, see saw see. So you guys might be wondering ਕਿ ਇਦਾਂ ਦੀਆਂ different forms ਕਿਸ ਤਰ੍ਹਾਂ ਬਣਦੀਆਂ ਨੇ, ਉਹਨਾਂ ਦੀਆਂ ਕੋਈ different types ਹੁੰਦੀਆਂ ਨੇ ਜਾਂ ਫਿਰ ਕੋਈ concept ਹੁੰਦਾ behind all these things. Listen guys, there are two types of forms of verb. Number one is regular verbs, number two is irregular verbs. Fine, so today in this video we are going to discuss regular verbs. ठीक है, ਇਹ video two parts ਦੇ ਵਿੱਚ ਹੋਏਗੀ. Believe me guys, ਥੋੜਾ time spend ਕਰੋ and ਦੋਨੋਂ parts ਦੇਖਣੇ ਮੈਂਡੇਟਰੀ ਨੇ. ਅਗਰ ਇੱਕ ਪਾਰਟ ਵੀ ਤੁਸੀਂ ਲੈਫਟ ਕਰਤਾ ਫਿਰ ਉਹ ਡਾਊਟ, ਕੁਐਸਚਨ ਮਾਰਕ ਫੇਰ ਰਹਿ ਜਾਏਗਾ, ਡਾਇਲੇਮਾ ਦੇ ਵਿੱਚ ਫੇਰ ਰਹਿ ਜਾਓਗੇ, ਕਨਸੈਪਟ ਕਲੀਅਰ ਨਹੀਂ ਹੋਏਗਾ. ਫਾਈਨ, ਸੋ ਪਹਿਲਾਂ ਦੇਖੋ ਰੈਗੂਲਰ ਵਰਬਸ ਕਿਹੜੀਆਂ ਹੁੰਦੀਆਂ ਨੇ. ਰੈਗੂਲਰ ਵਰਬਸ ਆਰ ਦੋਸ ਵਰਬਸ ਜਿਹੜੀਆਂ ਮੋਸਟਲੀ ਯੂਜ਼ ਹੁੰਦੀਆਂ ਨੇ, ਮੀਨਸ ਡੇਲੀ ਯੂਜ਼ ਦੇ ਵਿੱਚ ਆਪਾਂ ਜ਼ਿਆਦਾਤਰ ਇਹੀ ਵਰਬਸ ਯੂਜ਼ ਕਰਦੇ ਹਾਂ. ਜਾਂ ਫਿਰ ਲਗਾ ਲਓ ਸਪੋਕਨ ਇੰਗਲਿਸ਼ ਦੇ ਵਿੱਚ ਤੁਸੀਂ ਇਹੀ ਵਰਬਸ ਦੇ ਉੱਪਰ ਕੰਮ ਕਰੋਗੇ. ਜਾਂ ਫਿਰ ਅਗਰ ਮੈਂ ਕਹਾਂ ਤੁਸੀਂ ਨਿਊਜ਼ਪੇਪਰ ਚੱਕ ਕੇ ਕੋਈ ਦੇਖ ਲਓ, ਉਹਦੇ ਵਿੱਚ ਜਦੋਂ ਤੁਸੀਂ ਪੜ੍ਹਨਾ ਸਟਾਰਟ ਕਰੋਗੇ ਕੋਈ ਆਰਟੀਕਲ ਨੂੰ ਜਾਂ ਪ੍ਰੋਪਰ ਨਿਊਜ਼ ਨੂੰ, ਉਹਦੇ ਵਿੱਚ ਵਨ ਔਨ ਵਨ ਕਿਹੜੀਆਂ ਵਰਬਸ ਜ਼ਿਆਦਾ ਯੂਜ਼ ਕੀਤੀਆਂ ਹੋਣਗੀਆਂ ਜਾਂ ਕਿਹੜੀਆਂ ਰੋਲ ਪਲੇ ਕਰਨਗੀਆਂ, that are your regular verbs. because regular verbs 95 to 96% ਅਕਾਊਂਟ ਕਰਦੀਆਂ ਨੇ ਐਂਡ ਇਹੀ ਬਹੁਤ ਜ਼ਿਆਦਾ ਬੋਲੀਆਂ ਜਾਂਦੀਆਂ ਨੇ. ਠੀਕ ਹੈ, ਐਂਡ the relaxation here is ਇਹ easy verbs ਹੁੰਦੀਆਂ ਨੇ. easy verbs ਕਿਸ ਤਰ੍ਹਾਂ ਹੁੰਦੀਆਂ ਨੇ, ਮੀਨਸ ਸਪੋਜ਼ ਸਾਨੂੰ V1 ਦਿੱਤਾ ਹੁੰਦਾ, ਉਹਦੇ ਵਿੱਚ V2 ਤੇ V3 ਸੇਮ ਹੀ ਹੁੰਦੀ ਹੈ, ਜਾਂ ਤਾਂ ਉਹ ed ਲਗਾ ਕੇ ਬਣ ਜਾਂਦੀ ਹੈ ਨਾ. ਲਾਈਕ ਤੁਸੀਂ ਦੇਖਿਆ ਹੋਣਾ ਪਲੇ, ਆਪਾਂ ਐਗਜ਼ਾਮਪਲ ਕੀਤੀ ਸੀ ਪਲੇਡ ਪਲੇਡ, ਹੈ ਨਾ. ਜਾਂ ਫਿਰ ਉਹ ਡੀ ਲਗਾ ਕੇ ਬਣ ਜਾਂਦੀ ਹੈ. ਸਿੰਪਲ ਡੈਂਸ ਸੀਗਾ, ਡੈਂਸ ਡੈਂਸਡ, ਆਪਾਂ ਉਹਦੇ ਪਿੱਛੇ ਈ ਲਗਾਤਾ, ਉਹ ਡੈਂਸ ਬਣ ਗਿਆ. ਜਾਂ ਫਿਰ IED, ਜਿੱਥੇ ਵਾਈ ਲੱਗਿਆ ਹੁੰਦਾ ਉਹਨੂੰ ਕੱਟ ਕਰਕੇ ਅਸੀਂ ਕਈ ਵਾਰ IED ਲਗਾ ਦਿੰਦੇ ਹੁੰਦੇ ਆ, ਲਾਈਕ ਸਟੱਡੀ. ਜਾਂ ਫਿਰ ਜਿਹੜਾ ਲਾਸਟ ਵਰਡ ਹੁੰਦਾ ਤੁਸੀਂ ਦੇਖਿਆ ਹੋਣਾ, ਉਹਨੂੰ ਅਸੀਂ ਕਈ ਵਾਰ ਡਬਲ ਕਰ ਦਿੰਦੇ ਆ ਤੇ ਪਿੱਛੇ ਫਿਰ ed ਲਗਾ ਦਿੰਦੇ ਆ. ਲੈਟਸ ਸੇ ਸਟਾਪ, ਸਟਾਪਡ, ਸਟਾਪਡ, ਹੌਪ, ਹੌਪਡ, ਹੌਪਡ. ਠੀਕ ਹੈ, ਸੋ ਨਾਓ this is the real concept which you guys need to understand ਕਿ ਕਿਸ ਤਰ੍ਹਾਂ ed ਆਉਂਦਾ ਹੈ, ਕਿਸ ਤਰ੍ਹਾਂ d ਆਏਗਾ, ਕਿਸ ਤਰ੍ਹਾਂ IED ਆਏਗਾ, ਔਰ ਲਾਸਟ ਲੈਟਰ ਨੂੰ ਅਸੀਂ ਡਬਲ ਕਰਕੇ ਕਿਸ ਤਰ੍ਹਾਂ ਉਹਦੇ ਪਿੱਛੇ ed ਐਡ ਕਰ ਦਾਂਗੇ. ਇਹ ਇਸ ਤਰ੍ਹਾਂ ਨਹੀਂ ਹੁੰਦਾ, ਇਹ ਇੱਕਦਮ ਨਹੀਂ ਹੁੰਦਾ, ਜਾਂ ਫਿਰ ਇਹ ਰੈਂਡਮਲੀ ਨਹੀਂ ਹੁੰਦਾ. ਅਗਰ ਮੈਂ ਕਹਾਂ there is a concept behind it, ਹੈ ਨਾ. ਇੱਕ ਪ੍ਰੋਪਰ ਕਨਸੈਪਟ ਹੈ, ਰੂਲਸ ਨੇ ਜਿਹੜੇ ਤੁਹਾਨੂੰ ਸਮਝਣੇ ਪੈਣਗੇ before going through the list of regular verbs. fine, now number 2 is irregular verbs. ਹੁਣ irregular verbs ਕਿਹੜੀਆਂ ਹੁੰਦੀਆਂ ਨੇ, irregular verbs new words ਹੁੰਦੇ ਨੇ. new words means ਜਾਂ ਤਾਂ ਉਹਨਾਂ ਦੀ ਜਿਹੜੀ V1 ਦੇ ਬਾਅਦ V2 ਤੇ V3 ਆਉਂਦੀ ਹੈ ਉਹ ਸੇਮ ਹੋ ਜਾਂਦੀ ਹੈ,
या फिर V2 अलग ਹੁੰਦੀ है, V3 अलग ਹੁੰਦੀ है, V1 अलग ਹੁੰਦੀ है ना, लाइक C V1 100 C है ना, ये अलग होगी। सेम किस तरह हो सकती है, एग्जाम्पल हिट कट 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 कट, ठीक है। सो दीज आर इरेगुलर वर्ब्स, एंड इरेगुलर वर्ब्स ज्यादातर तुसी लगा लो 5 to 7% ਹੁੰਦੀਆਂ ਨੇਗੀਆਂ, ਇਹ ਇੰਨੀਆਂ ਜ਼ਿਆਦਾ ਨਹੀਂ ਯੂਜ਼ ਹੁੰਦੀਆਂ, ਬਟ ਇਹ ਇੰਪੋਰਟੈਂਟ ਨੇ, ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਬਿਕਾਜ਼ ਇਰੈਗੂਲਰ ਵਰਬਸ ਆਰ ਸਮਵਟ ਟ੍ਰਿਕੀ ਵਰਬਸ ਹੈ ਨਾ, ਜਿਨ੍ਹਾਂ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਤੁਹਾਡੇ ਲਈ ਚੈਲੰਜਿੰਗ ਹੋ ਸਕਦੀਆਂ ਨੇ। ਐਂਡ ਇਫ ਯੂ ਆਰ ਅ ਸਟੂਡੈਂਟ, ਇਫ ਯੂ ਆਰ ਐਨ IELTS ਸਟੂਡੈਂਟ, ਜਾਂ ਫਿਰ ਤੁਸੀਂ ਪ੍ਰਿਪੇਅਰ ਕਰ ਰਹੇ ਹੋ ਕਿਸੇ ਕੰਪੀਟੀਟਿਵ ਐਗਜ਼ਾਮ ਦੇ ਲਈ, ਉਸ ਦੇ ਲਈ ਤੁਹਾਨੂੰ ਨੌਲੇਜ ਹੋਣਾ ਦੋਨੋਂ ਵਰਬਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਨਾਓ हैव अ लुक कि किस तरह रेगुलर वर्ब्स वाली डिफरेंट फॉर्म्स बनदियां ने, कित्थे ED लगता है, कित्थे D लगता है, किवें एकदम IED लग जाता है, या किस तरह डबल P या लास्ट लैटर डबल होके पीछे ED लग जाता है। फाइन। सो गाइज मोस्टली ਜਿਹੜੀਆਂ फॉर्म्स ऑफ वर्ब ਹੁੰਦੀਆਂ ਨੇ रेगुलर वालियां, ਉਹ ਜ਼ਿਆਦਾतर किस तरह ਬਣਦੀਆਂ ਨੇ, ਉਹਨਾਂ ਦੇ ਪਿੱਛੇ ਆਪਾਂ ED ਲਗਾ ਦਿੰਦੇ ਆ ਤੇ ਉਹ फॉर्म ऑफ वर्ब्स ਬਣ ਜਾਂਦੇ ਆ। Now it is very important to clear one concept, that is V1 V2 V3 ਇਹ ਕਿਸ ਤਰ੍ਹਾਂ ਬਣਦੀਆਂ ਨੇ। ਜਿਹੜੀ V1 ਹੁੰਦੀ ਹੈ ਉਹ ਬੇਸ ਵਰਬ ਹੁੰਦੀ ਹੈ, ਠੀਕ ਹੈ, ਬੇਸ ਫਾਰਮ ਆਪਾਂ ਇਹਨੂੰ ਕਹਿ ਦਿੰਦੇ ਆ, ਮੀਨਸ ਇਸ ਦੇ ਵਿੱਚ ਜਿਵੇਂ ਪਲੇ, ਡਾਂਸ, ਅਰਾਈਵ ਸਿੰਪਲ ਆ ਵਾਲੀ ਆ ਜਾਂਦੀਆਂ ਨੇ। V2 ਬਣ ਜਾਂਦੀ ਹੈ ਪਾਸਟ ਫਾਰਮ, ਠੀਕ ਹੈ, ਜਦੋਂ ਆਪਾਂ ਪਾਸਟ ਦੀ ਗੱਲ ਕਰਦੇ ਹਾਂ, ਪਾਸਟ ਟੈਂਸ ਦੀ ਗੱਲ ਕਰਦੇ ਹਾਂ, ਉਦੋਂ ਅਸੀਂ V2 ਲਗਾ ਦਿੰਦੇ ਹਾਂ। ਲੈਟਸ ਸੇ ਜਦੋਂ ਆਪਾਂ ਗੱਲ ਕੀਤੀ ਸੀ ਪਾਸਟ ਇੰਡੈਫਿਨਿਟ ਟੈਂਸ ਦੀ, ਉਹਦੇ ਵਿੱਚ ਆਪਾਂ ਕੀ ਯੂਜ਼ ਕੀਤਾ ਸੀ, V2 ਆਪਾਂ ਯੂਜ਼ ਕਰਦੇ ਸੀ ਨਾ, ਸੈਕਿੰਡ ਫਾਰਮ ਆਫ ਵਰਬ। Then is V3 ਹੋ ਜਾਂਦਾ ਹੈ past participle, ਠੀਕ ਹੈ। V3 ਯੂਜ਼ ਹੁੰਦੀ ਹੈ ਮੇਨਲੀ ਪਰਫੈਕਟ ਟੈਂਸ ਦੇ ਵਿੱਚ। ਸੋ ਇਹ ਜਦੋਂ ਡਾਊਟ ਤੁਹਾਡਾ ਕਲੀਅਰ ਹੋ ਗਿਆ, ਇਸ ਤੋਂ ਬਾਅਦ ਹੁੰਦੀ ਹੈ ਮੋਸਟਲੀ ਜਿਹੜੀਆਂ ਰੈਗੂਲਰ ਫਾਰਮਸ ਆਫ ਵਰਬ ਹੁੰਦੀਆਂ ਨੇ ਉਹ ED ਲਗਾ ਕੇ ਬਣ ਜਾਂਦੀਆਂ ਨੇ। ਲਾਈਕ ਟਾਕ ਸੀਗਾ, ਟਾਕ ਦੇ ਪਿੱਛੇ ਮੈਂ ED ਲਗਾਤਾ, V2 ਐਂਡ V3 ਬਣ ਗਈ, ਠੀਕ ਹੈ, ਦਿਸ ਵਾਸ V1। ਓਕੇ, ਲਾਫ ਹੈ, V1 ਲਾਫ ਹੈ, V2 V3 ਕਿਵੇਂ ਹੋਏਗਾ, ਲਾਫਟ ED ਲਗਾ ਕੇ ਬਣ ਜਾਏਗਾ, ਠੀਕ ਹੈ। ਨਾਓ ਗਾइस ਵੈਰੀ ਇੰਪੋਰਟੈਂਟ ਥਿੰਗ ਇਜ਼ ਜਦੋਂ ਇੱਕ ਸਿੰਪਲ वर्ब ਦੇ ਪਿੱਛੇ ਕੀ ਹੋਵੇ, y ਹੋਵੇ, ਐਂਡ ਉਸ ਤੋਂ ਪਹਿਲਾਂ ਕੀ ਹੋਵੇ, ਕੋਈ ਵਾਉਲ ਹੋਵੇ, ਠੀਕ ਹੈ। ਲਾਈਕ y ਕੀ ਹੈ, y ਆ ਗਿਆ, y ਤੋਂ ਪਹਿਲਾਂ ਕੀ ਹੈ, ਇੱਕ ਵਾਉਲ ਹੈ। ਵਾਉਲ ਤਾਂ ਤੁਹਾਨੂੰ ਪਤਾ ਹੈ ਨਾ ਕੀ ਹੁੰਦੇ ਨੇ, ਦੈਟ ਇਜ਼ AEIOU, ਠੀਕ ਹੈ। ਇਸ ਤੋਂ ਪਹਿਲਾਂ ਵਾਉਲ ਕਿਹੜਾ A ਹੈ, ਤਾਂ ਉਹਨਾਂ ਦੇ ਵਿੱਚ ਅਸੀਂ ਕੀ ਕਰਾਂਗੇ, y ਤੋਂ ਬਾਅਦ ਡਾਇਰੈਕਟ ED ਲੱਗ ਜਾਂਦਾ ਹੁੰਦਾ। ਤੇ ਤੁਸੀਂ ਇਹ ਵੀ ਦੇਖਿਆ ਹੋਣਾ ਕਿਤੇ, ਜਿਵੇਂ ਸਟੱਡੀ ਹੈ, ਹੁਣ ਉਹਦੇ ਪਿੱਛੇ y ਤਾਂ ਆਉਂਦਾ, ਬਟ ਉਹਦੇ ਪਿੱਛੇ ਅਸੀਂ ED ਨਹੀਂ ਲਗਾਉਂਦੇ, ਉਹਦੇ ਪਿੱਛੇ ਅਸੀਂ IED ਲਗਾ ਦਿੰਦੇ ਆ। ਲਾਈਕ ਅਗਰ ਮੈਂ ਗੱਲ ਕਰਾਂ ਸਟੱਡੀ ਦੀ, ਤਾਂ ਸਟੱਡੀ ਦੇ ਪਿੱਛੇ ਕੀ ਲੱਗ ਜਾਂਦਾ ਹੈ, ਸਟੱਡੀਡ ਹੈ ਨਾ, ਇਹ ਬਣ ਜਾਂਦੀ ਹੈ ਇਸ ਦੀ ਫਾਰਮ। ਕਲੀਅਰ। ਸੋ ਇਹ ਕਨਸੈਪਟ ਆਪਾਂ 3rd ਨੰਬਰ ਤੇ ਕਲੀਅਰ ਕਰਾਂਗੇ ਕਿ ਕਦੋਂ y ਹਟਾ ਕੇ IED ਬਣੇਗਾ। ਬਟ ਹੁਣ ਇਹ ਸਮਝੋ y ਤੋਂ ਪਹਿਲਾਂ ਅਗਰ ਕੋਈ ਵਾਉਲ ਆਉਂਦਾ ਹੈ ਤਾਂ ਉੱਥੇ ਸਿੱਧਾ ED ਲੱਗ ਜਾਂਦਾ ਹੈ, ਲਾਈਕ ਪਲੇ, ਪਲੇਡ। ਫਾਈਨ। ਸੈਕਿੰਡ ਇਜ਼ ਕਿੱਥੇ ਹੁਣ ਸਿੰਪਲ D ਲੱਗ ਜਾਂਦਾ ਹੈ। ਕਈ ਵਾਰ ਜਿਵੇਂ ਡੈਂਸ ਹੈ, ਡੈਂਸ ਦੇ ਪਿੱਛੇ ਅਸੀਂ ਦੁਬਾਰਾ ED ਤਾਂ ਨਹੀਂ ਲਗਾਵਾਂਗੇ, ਡਬਲ ਹੀ ਨਹੀਂ ਕਰਦੇ, ਸਿੰਪਲ D ਲੱਗ ਜਾਏਗਾ। ਹੁਣ ਜਿਹੜੀ ਵੀ ਵਰਬ ਐਂਡ ਹੋ ਰਹੀ ਹੈ E ਦੇ ਨਾਲ, ਠੀਕ ਹੈ, ਲਾਈਕ ਡੈਂਸ, ਅਰਾਈਵ, ਉਹਨਾਂ ਦੇ ਪਿੱਛੇ ਸਿੰਪਲ D ਲੱਗ ਜਾਏਗਾ, ਲਾਈਕ ਡੈਂਸਡ, arrived. Fine. Now third concept is of IED. In IED ਉਹਨਾਂ ਦੇ ਵਿੱਚ ਲੱਗੇਗਾ ਜਦੋਂ ਲਾਸਟ ਵਰਡ y ਹੈ, y ਤੋਂ ਪਹਿਲਾਂ ਕੀ ਆ ਰਿਹਾ, ਕੋਈ ਕੌਨਸੋਨੈਂਟ ਆ ਰਿਹਾ, ਮੀਨਸ ਕੋਈ ਵਾਵਲ ਨਹੀਂ ਆ ਰਿਹਾ। ਹੁਣੇ ਆਪਾਂ ਵਾਵਲ ਡਿਸਕਸ ਕੀਤੇ ਸੀ, ਇਹ ਹੁੰਦੇ ਨੇ AEIOU, ਠੀਕ ਹੈ। ਆਪਾਂ ਐਗਜ਼ਾਮਪਲ ਕੀਤੀ ਸੀ ਪਲੇ ਵਾਲੀ। ਪਲੇ ਦੇ ਵਿੱਚ ਕੀ ਸੀ, ਲਾਸਟ ਤੇ y ਸੀ, ਬਟ ਉਸ ਤੋਂ ਪਹਿਲਾਂ ਇੱਕ ਵਾਵਲ ਆ ਰਿਹਾ ਸੀ, ਤਾਂ ਉੱਥੇ ਆਪਾਂ ਕੀ ਕੀਤਾ ਸੀ, ਸਿੱਧਾ y ਤੋਂ ਬਾਅਦ ED ਲਗਾਤਾ ਸੀ, ਦੈਟ ਇਜ਼ ਪਲੇਡ, ਠੀਕ ਹੈ, V1 V2 V3। ਹਾਊਐਵਰ ਜਦੋਂ ਗੱਲ ਆਉਂਦੀ ਹੈ y ਹੋ ਗਿਆ ਐਂਡ ਤੇ, ਬਟ ਉਸ ਤੋਂ ਪਹਿਲਾਂ ਇੱਕ ਕੌਨਸੋਨੈਂਟ ਆ ਰਿਹਾ, ਲਾਈਕ D ਇਜ਼ ਕੌਨਸੋਨੈਂਟ, ਟਰਾਈ ਦੇ ਵਿੱਚ y ਤੋਂ ਪਹਿਲਾਂ R ਇਜ਼ ਕੌਨਸੋਨੈਂਟ, ਤਾਂ ਉੱਥੇ y ਨੂੰ ਹਟਾ ਕੇ ਆਪਾਂ ਕੀ ਲਗਾ ਦਾਂਗੇ, IED। ਸੋ ਸਟੱਡੀ ਸੀਗਾ ਹੁਣ ਆਪਣੇ ਕੋਲ, ਤਾਂ ਸਟੱਡੀ ਦੇ ਵਿੱਚ ਜਦੋਂ y ਹਟ ਗਿਆ ਕੀ ਲੱਗ ਗਿਆ, IED, that becomes studied, ਠੀਕ ਹੈ। ਐਵੇਂ ਟਰਾਈ ਸੀ, ਟਰਾਈ ਨੂੰ ਜਦੋਂ ਆਪਾਂ y ਨੂੰ ਹਟਾ ਦਾਂਗੇ, ਇੱਥੇ ਆਪਣੇ ਕੋਲ ਟਰਾਈ ਸੀ, y ਨੂੰ ਆਪਾਂ ਹਟਾਤਾ, ਕੀ ਬਣ ਗਿਆ, IED, tried। ਕਲੀਅਰ।
ਇਟ ਇਜ਼ ਵੈਰੀ ਇੰਪੋਰਟੈਂਟ ਕਨਸੈਪਟ, ਇਹਨੂੰ ਇੱਥੇ ਹੀ ਕਲੀਅਰ ਕਰੋ ਬਿਕਾਜ਼ ਬਹੁਤ ਜ਼ਿਆਦਾ ਸਟੂਡੈਂਟਸ ਇਹੀ ਬਲੰਡਰ ਕਮਿਟ ਕਰਦੇ ਨੇ ਐਂਡ ਉਹ ਸਪੈਲਿੰਗ ਮਿਸਟੇਕਸ ਕਰ ਜਾਂਦੇ ਨੇ ਗਾਇਜ਼। ਸੋ ਇਟਸ ਵੈਰੀ ਇੰਪੋਰਟੈਂਟ ਕਨਸੈਪਟ। ਦਿਸ ਕਨਸੈਪਟ ਇਜ਼ ਨਾਟ ਓਨਲੀ ਕ੍ਰੂਸ਼ੀਅਲ ਫॉर ਯੂ ਗਾਇਜ਼ ਬਟ ਅਗਰ ਤੁਸੀਂ ਵੀਡੀਓਜ਼ ਦੇਖਦੇ ਹੋ, ਤੁਹਾਡੇ ਬੱਚੇ ਨੇ, ਛੋਟੇ ਬੱਚੇ ਨੇ, ਹੈ ਨਾ, ਉਹਨਾਂ ਨੂੰ ਸਟਾਰਟਿੰਗ ਤੋਂ ਹੀ ਇਹ ਕਨਸੈਪਟਸ ਕਲੀਅਰ ਕਰੋ। ਦੇਖੋ ਅਗਰ ਛੋਟੇ ਬੱਚਿਆਂ ਨੂੰ ਸਟਾਰਟਿੰਗ ਤੋਂ ਕਨਸੈਪਟਸ ਕਲੀਅਰ ਹੋਣਗੇ ਤਾਂ ਉਹਨਾਂ ਨੂੰ ਕਦੇ ਵੀ ਕ੍ਰੈਮ ਕਰਨ ਦੀ ਜ਼ਰੂਰਤ ਨਹੀਂ ਪਏਗੀ। ਐਂਡ ਆਈ ਐਮ ਪ੍ਰੀਟੀ ਸ਼ੋਰ ਮੋਸਟ ਆਫ ਯੂ ਗਾਇਜ਼ ਡੂ ਨਾਟ ਨੋ ਥੀਸ ਥਿੰਗਸ, ਹੈ ਨਾ, ਤੁਹਾਨੂੰ ਨਹੀਂ ਪਤਾ ਹੋਣਗੀਆਂ ਇਹ ਚੀਜ਼ਾਂ, ਬਟ ਅੱਜ ਟਾਈਮ ਹੈ, ਇਟਸ ਅ ਬਿਗ ਅਪਰਚੁਨਿਟੀ ਕਿ ਇਹ ਚੀਜ਼ਾਂ ਨੂੰ ਤੁਸੀਂ ਹੁਣੀ ਕਲੀਅਰ ਕਰੋ, ਆਪਣੀਆਂ ਮਿਸਟੇਕਸ ਨੂੰ ਰੈਕਟੀਫਾਈ ਕਰੋ। ਫਾਈਨ। फोर्थ कॉन्सैप्ट इज ਜਦੋਂ ਅਸੀਂ ਲਾਸਟ ਵਾਲਾ ਲੈਟਰ ਡਬਲ ਕਰਕੇ ਉਹਦੇ ਪਿੱਛੇ ed ਲਗਾ ਦਿੰਨੇ ਹੁੰਨੇ ਆ, ਉਹ ਕਨਸੈਪਟ ਹੁਣ ਕਿਵੇਂ ਬਣਦਾ ਹੈ ਗਾਇਸ। ਲਾਈਕ ਸਟਾਪ ਸੀਗਾ, ਇਹਨੂੰ ਅਸੀਂ p ਨੂੰ ਡਬਲ ਕਰਕੇ ਸਟਾਪਡ ਕਰਤਾ। ਹੌਪ ਸੀਗਾ, ਅਸੀਂ ਡਬਲ p ਕਰਕੇ ਹੌਪਡ ਕਰਤਾ। ਹੁਣ ਇਹ ਕਨਸੈਪਟ ਕਿਵੇਂ ਫਾਰਮ ਹੋਇਆ, ਲਿਸਨ ਕੇਅਰਫੁਲੀ। ਜਦੋਂ ਲਾਸਟ ਦੇ ਵਿੱਚ ਕੌਨਸੋਨੈਂਟ ਹੋਵੇ ਐਂਡ ਉਸ ਤੋਂ ਪਹਿਲਾਂ ਹੋਵੇ ਇੱਕ ਵਾਉਲ, ਠੀਕ ਹੈ, ਲਾਸਟ ਦੇ ਵਿੱਚ ਕੌਨਸੋਨੈਂਟ ਹੈ, ਉਸ ਤੋਂ ਪਹਿਲਾਂ ਵਾਉਲ ਹੈ, ਵਾਉਲ AEIOU ਆਇਆ। ਹੌਪ ਦੇ ਵਿੱਚ ਵੀ ਸੇਮ, ਲਾਸਟ ਦੇ ਵਿੱਚ ਕੌਨਸੋਨੈਂਟ ਹੈ, ਉਸ ਤੋਂ ਪਹਿਲਾਂ o ਹੈ, o ਕੀ ਹੈ, ਇੱਕ ਵਾਉਲ ਹੈ। ਐਂਡ ਇੱਥੇ ਇੱਕ ਹੋਰ ਚੀਜ਼ ਧਿਆਨ ਰੱਖਣੀ ਹੈ, ਐਂਡ ਜਿਹੜਾ ਵਰਡ ਹੈ ਉਹ ਕੀ ਹੋਵੇ, ਸਿੰਗਲ ਸਿਲੇਬਲ ਵਰਡ, ਮੀਨਸ ਇੱਕ ਵਾਰ 'ਚ ਹੀ ਬੋਲਿਆ ਜਾਂਦਾ ਹੋਵੇ। ਲਾਈਕ ਸਟਾਪ ਹੈ, ਸਟਾਪ, ਹੌਪ ਹੈ, ਹੌਪ। ਇਹ ਤਾਂ ਨਹੀਂ ਤੁਸੀਂ ਸਟਾਪ ਨੂੰ ਇਸ ਤਰ੍ਹਾਂ ਬੋਲਦੇ ਹੋ ਸਟਾਪ, ਹੈ ਨਾ, ਟੂ ਵਰਡਸ, ਮਤਲਬ ਤੁਸੀਂ ਕਿਸੇ ਨੂੰ ਬ੍ਰੇਕ ਕਰਕੇ ਨਹੀਂ ਬੋਲਦੇ, ਤੁਸੀਂ ਤੋੜ ਕੇ ਨਹੀਂ ਬੋਲਦੇ। ਜਦੋਂ ਵਰਡ ਹੋਵੇ ਸਿੰਗਲ ਸਿਲੇਬਲ ਮੀਨਸ ਤੁਸੀਂ ਇੱਕ ਵਾਰ 'ਚ ਹੀ ਬੋਲ ਦਿਓ, ਜਾਂ ਫਿਰ ਤੁਸੀਂ ਕਲੈਪ ਕਰਕੇ ਦੇਖ ਸਕਦੇ ਹੋ, ਲਾਈਕ ਸਟਾਪ। ਸੇਮ ਵੇ ਹੌਪ। ਠੀਕ ਹੈ, ਕਲੀਅਰ। ਇਹ ਕਨਸੈਪਟ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਉਦੋਂ ਕੀ ਹੁੰਦਾ ਹੈ, ਜਿਹੜਾ ਲਾਸਟ ਵਰਡ ਹੁੰਦਾ ਹੈ ਉਹਨੂੰ ਆਪਾਂ ਡਬਲ ਕਰ ਦਿੰਦੇ ਆ। ਲਾਈਕ ਹੁਣ ਇੱਥੇ ਸੀਗਾ ਸਟਾਪ ਦੇ ਵਿੱਚ ਕੀ ਹੋਇਆ, ਲਾਸਟ ਤੇ ਕੌਨਸੋਨੈਂਟ ਆ ਗਿਆ, ਉਸ ਤੋਂ ਪਹਿਲਾਂ ਇੱਕ ਵਾਉਲ ਹੈ ਐਂਡ ਦ ਵਰਡ ਇਜ਼ ਸਿੰਗਲ ਸਿਲੇਬਲ ਵਰਡ ਦੈਟ ਇਜ਼ ਸਟਾਪ। ਆਪਾਂ ਕੀ ਕੀਤਾ, ਲਾਸਟ ਵਾਲੇ ਨੂੰ ਡਬਲ ਕਰਤਾ। ਲਾਈਕ p ਸੀ, ਉਹ ਡਬਲ ਹੋ ਗਿਆ, ਦੈਟ ਇਜ਼ ਸਟਾਪਡ। ਸੇਮ ਵੇ ਹੌਪ। ਇਹਨੂੰ ਕੀ ਕੀਤਾ ਆਪਾਂ, p ਨੂੰ ਲਾਸਟ ਤੇ ਕੌਨਸੋਨੈਂਟ ਸੀ, ਉਸ ਤੋਂ ਪਹਿਲਾਂ ਵਾਉਲ ਸੀ, ਆਪਾਂ ਕੀ ਕੀਤਾ, p ਨੂੰ ਡਬਲ ਕਰਤਾ, ਦੈਟ ਇਜ਼ ਹੌਪ। ਨਾਓ ਆਈ ਐਮ ਪ੍ਰੀਟੀ ਸ਼ੋਰ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ। we're going through the list of regular verbs। ਇਹ ਕਨਸੈਪਟ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ, ਕਿਸ ਦਾ, ਕਿੱਥੇ ed ਆਏਗਾ, ਬਿਕਾਜ਼ ਇਹ ਸਾਡੇ ਮਾਈਂਡ ਦੇ ਵਿੱਚ ਨਾ ਇੱਕ ਡਾਇਲੇਮਾ ਹੀ ਰਹਿੰਦਾ ਕਿ ਕਿਤੇ ਤਾਂ ed ਆ ਜਾਂਦਾ, ਕਿਤੇ d ਆ ਜਾਂਦਾ, ਕਿਤੇ ਪਤਾ ਨਹੀਂ y ਕੱਟ ਕੇ ied ਕਿਉਂ ਲੱਗ ਜਾਂਦੇ ਹੈ ਨਾ। ਸੋ ਇਸ ਕਰਕੇ ਹੀ ਅਸੀਂ ਸਪੈਲਿੰਗ ਮਿਸਟੇਕਸ ਕਰਦੇ ਹਾਂ। ਇਸ ਨੂੰ ਕਲੀਅਰ ਕਰੋ, ਦੈਟ ਇਜ਼ ed then d ied ਤੇ ਲਾਸਟ ਵਾਲਾ ਅੱਖਰ ਜਦੋਂ ਡਬਲ ਹੋ ਜਾਂਦਾ ਹੈ, ਲਾਈਕ ਡਬਲ PED, ਇਸ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਐਂਡ ਨਾਓ ਆਈ ਐਮ ਪ੍ਰੀਟੀ ਸ਼ੋਰ ਕਿ ਤੁਹਾਨੂੰ ਪ੍ਰੋਪਰ ਕਲੀਅਰ ਹੋ ਗਿਆ। ਨਾਓ ਗੋ ਥਰੂ ਦਿਸ ਲਿਸਟ। ਮੈਂ ਲਿਸਟ ਪ੍ਰੋਵਾਈਡ ਕਰ ਰਹੀ ਹਾਂ ਵਿਦ देयर ਪੰਜਾਬੀ ਮੀਨਿੰਗਸ, ਸੋ ਡੈਟ ਤੁਹਾਨੂੰ ਐਵਰੀ ਫਾਰਮਸ ਆਫ ਵਰਬ ਜਿਹੜੀਆਂ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਨੇ ਉਹ ਕਲੀਅਰ ਹੋ ਸਕਣ। वन बाय वन उन्होंने देखना है। एंड आई रिकमेंड यू गाइज कि अगर तुहानू ये क्लीयर नहीं हैगी तो प्लीज़ नोट डाउन, है ना, नाल जॉट डाउन करते रहो, कॉपी एंड पेंसिल पेन लैके बैठो, सो डैट जेडे भी तुहाडे डाउट्स ने उन्होंने तुसीं नाल क्लीयर करते रहो। सो विदाउट वेस्टिंग एनी टाइम, लैट्स मूव ऑन फर्दर।